ਪੰਜਾਬ ਦੀ ਗੱਲ, ਪੰਜਾਬ ਨੂੰ ਬਚਾਉਣ ਦੀ ਗੱਲ ਹਰ ਕੋਈ ਕਹਿ ਰਿਹਾ, ਪਰ ਅੱਜ ਜੇ ਗੱਲ ਕਰਦੇ ਹਾਂ ਤਾਂ ਕੌਣ ਆ ਜਿਹੜਾ ਪੰਜਾਬ ਨੂੰ ਬਚਾ ਸਕਦਾ? ਉਹਨਾਂ ਦਾ ਦਾਵਾ ਸਿਰਫ ਕਹਿਣ ਤੱਕ ਮੁਤਸਰ ਹੈ ਵੀ ਉਹ ਸਿਰਫ ਕਹਿੰਦੇ ਨੇ, ਪਰ ਕਰਦਾ ਕੌਣ ਹੈ? ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਉਹਨਾਂ ਨੂੰ ਰਾਜ ਭਾਗ MLA MP ਬੇਸ਼ੱਕ ਲੋਕਾਂ ਨੇ ਨਹੀਂ ਕੀਤਾ। ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਅਸੀਂ ਸਾਰੇ ਉਹਨਾਂ ਦੇ ਨਾਲ ਖੜ ਕੇ ਅਸੀਂ ਕਰਨ ਵਾਲੇ ਹਾਂ, ਬਾਕੀ ਕਹਿਣ ਵਾਲੇ ਨੇ। ਇਹ ਸਾਡਾ 40 ਸਾਲ ਦੀ ਕ੍ਰੈਡੀਬਿਲਿਟੀ ਬੋਲ। ਸਰਦਾਰ ਸਿਮਰਨਜੀਤ ਸਿੰਘ ਮਾਨ ਬੜੇ ਲੰਮੇ ਸਮੇਂ ਤੋਂ ਸੰਘਰਸ਼ ਲੜ ਰਹੇ ਨੇ, ਬੜੇ ਲੰਮੇ ਸਮੇਂ ਤੋਂ ਚੋਣਾਂ ਦੇ ਵਿੱਚ ਉਤਰਦੇ ਨੇ, ਪਰ ਆਈ ਵਾਰ ਹਾਰ ਦਾ ਸਾਹਮਣਾ ਕਰਨਾ ਪੈਂਦਾ। ਕਿਤੇ ਨਾ ਕਿਤੇ ਜਾ ਕੇ ਆਪਦੇ ਗਦਾਰ ਹੋ ਜਾਂਦੇ ਨੇ ਜਾਂ ਫਿਰ ਉਸ ਤਰੀਕੇ ਦੇ ਨਾਲ ਪ੍ਰਚਾਰ ਨਹੀਂ ਹੁੰਦਾ। ਕੇਜਰੀਵਾਲ ਆ ਕੇ ਕਿਸੇ ਨੂੰ ਮਿਲਿਆ ਨਹੀਂ ਸੀ, ਉਹਦਾ ਗੱਲ ਫਿਰ ਵੀ ਲੋਕ ਕਰ ਰਹੇ ਸੀ। 5 ਸਾਲ ਪਹਿਲਾਂ ਟੋਪੀਆਂ ਤੇ ਰਿਬਨ ਮੁੱਕਦੇ ਹੀ ਨਹੀਂ ਸੀ, ਅੱਜ ਉਹ ਦਿਸਦੇ ਨਹੀਂ ਹਨ। ਲੋਕ ਨਾ ਸਮਝਣ ਉਹਨੂੰ ਲੋਕ ਸ਼ਾਇਦ ਹਾਰ ਸਮਝਦੇ ਨੇ, ਪਰ ਜਿਹੜੇ ਲੋਕ ਖੜੇ ਨੇ, ਅਸੀਂ ਖੜੇ ਹਾਂ, ਸਾਡੀ ਅਗਵਾਈ ਕਰ ਰਹੇ ਨੇ ਸਿਮਰਨਜੀਤ ਸਿੰਘ ਮਾਨ, ਸਾਰੇ ਬੰਦੇ, ਅਸੀਂ ਹਾਰਦੇ ਨਹੀਂ। ਹਾਂ, ਅਸੀਂ ਇਸ ਗੱਲ ਤੋਂ ਜ਼ਰੂਰ ਥੋੜ੍ਹਾ ਜਿਹਾ ਦੁਖੀ ਹੁੰਦੇ ਹਾਂ ਕਿ ਲੋਕ ਇਸ ਵਾਰ ਵੀ ਨਹੀਂ ਸਮਝੇ, ਲੋਕ ਇਸ ਵਾਰ ਨਹੀਂ ਸਮਝੇ। ਕਿਰਪਾਨ ਨੂੰ ਲੈ ਕੇ ਆਈ ਵਾਰ ਗੱਲਾਂ ਹੁੰਦੀਆਂ ਨੇ ਕਿ ਸਿਮਰਨਜੀਤ ਸਿੰਘ ਮਾਨ ਤਾਂ ਨਹੀਂ ਜਿੱਤਦੇ ਕਿ ਪਾਰਲੀਮੈਂਟ ਦੇ ਵਿੱਚ ਕਿਰਪਾਨ ਦਾ ਮੁੱਦਾ ਖੜਾ ਹੋ ਗਿਆ ਸੀ। ਕਿਰਪਾਨ ਕਹਿੰਦੇ ਕਿ ਲੈ ਕੇ ਜਾਣੀ ਆ, ਇਹ ਵੀ ਕੋਈ ਗੱਲ ਹੋ ਸਕਦੀ ਹੈ? ਕਿਰਪਾਨ ਜਦੋਂ ਨਹੀਂ ਲੈ ਕੇ ਗਏ ਉਦੋਂ ਵੀ ਪ੍ਰਧਾਨ ਸਾਹਿਬ ਕਾਨੂੰਨ ਦੀ ਗੱਲ ਕਰ ਰਹੇ ਸੀ, ਕਿਉਂਕਿ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਇੱਕ ਸਿੱਖ ਕੈਨ ਵੀਅਰ ਐਂਡ ਕੈਰੀ ਕਿਰਪਾਨ ਵਿਦ ਹਿਮ। ਆਰਟੀਕਲ 25 ਇਹ ਗੱਲ ਲਿਖੀ ਹੈ ਭਾਰਤ ਦੇ ਫੰਡਾਮੈਂਟਲ ਰਾਈਟ ਦੇ ਵਿੱਚ। ਉਹ ਪ੍ਰਧਾਨ ਸਾਹਿਬ ਲੋਕਾਂ ਨੂੰ ਦੱਸ ਰਹੇ ਸੀ ਇੱਕ ਪ੍ਰੋਟੈਸਟ ਕਰਕੇ ਕਿ ਜਿਹੜੀ ਕਿਰਪਾਨ ਦਾ ਮੈਨੂੰ ਅਧਿਕਾਰ ਦਿੱਤਾ ਸੰਵਿਧਾਨ ਨੇ, ਉਹ ਕਿਰਪਾਨ ਵੀ ਲੈ ਕੇ ਨਹੀਂ ਜਾਣ ਦਿੰਦੇ, ਔਰ ਨਹੀਂ ਲੈ ਕੇ ਜਾਣ ਦਿੱਤੀ। 89 ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜਾ ਕੇ ਪ੍ਰਧਾਨ ਸਾਹਿਬ ਨੇ 5 ਸਾਲ ਜਿਹੜਾ ਬੋਲਿਆ, ਦੱਸੋ ਸਾਨੂੰ ਪੰਜਾਬ ਦਾ ਹੋਰ ਕਿਹੜਾ ਲੀਡਰ ਬੋਲਿਆ ਉਹ ਗੱਲਾਂ? ਪੰਜਾਬ ਦੀ ਗੱਲ ਕਰਾਂਗੇ, ਪੰਜਾਬ ਪਾਣੀਆਂ ਦੀ ਗੱਲ ਕਰਾਂਗੇ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰਾਂਗੇ, ਪੰਜਾਬ ਨੂੰ ਬਚਾਉਣ ਦੀ ਗੱਲ ਕਰਾਂਗੇ। ਹਰ ਇੱਕ ਪਾਰਟੀ ਕਹਿੰਦੀ ਨਜ਼ਰ ਆਉਂਦੀ ਆ, ਪਰ ਖੜਾ ਕੌਣ ਆ ਉਹ ਵੀ ਇੱਕ ਸਵਾਲ ਖੜੇ ਹੁੰਦੇ ਨੇ। ਤਾਂ ਸਾਡੇ ਨਾਲ ਇਸ ਵਕਤ ਪ੍ਰੋਫੈਸਰ ਸਾਹਿਬ ਮੌਜੂਦ ਨੇ। ਜਾਣ ਪਛਾਣ ਦੇ ਮੁਹਤਾਜ ਨਹੀਂ, ਹਰ ਕੋਈ ਜਾਣਦਾ, TV ਡਿਬੇਟਾਂ ਤੇ ਬੋਲਦੇ ਰਹਿੰਦੇ ਨੇ। ਪਟਿਆਲੇ ਤੋਂ ਉਮੀਦਵਾਰ ਨੇ, ਅਕਾਲੀ ਦਲ ਅੰਮ੍ਰਿਤਸਰ ਤੋਂ। ਤਾਂ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ ਸਿਹਤਾਂ ਦੱਸੋ ਪਹਿਲਾਂ ਤਾਂ ਕਿਵੇਂ ਆ? ਠੀਕ ਨੇ? ਕਾਫੀ ਟਾਈਮ ਬਾਅਦ ਮਿਲੇ ਆ। ਹਾਂ, ਸਿਹਤ ਠੀਕ ਹੈ ਜੀ, ਉਨੀ ਕਾਇਮ ਨਹੀਂ, ਪਰ ਹੁਣ ਉਮਰ ਦੇ ਨਾਲ ਥੋੜਾ ਜਿਹਾ ਹੋ ਜਾਂਦਾ, ਪਰ ਮੈਂ ਬਿਲਕੁਲ ਕਾਇਮ ਹਾਂ। ਪ੍ਰੋਫੈਸਰ ਸਾਹਿਬ, ਪੰਜਾਬ ਦੀ ਗੱਲ, ਪੰਜਾਬ ਨੂੰ ਬਚਾਉਣ ਦੀ ਗੱਲ ਹਰ ਕੋਈ ਕਹਿ ਰਿਹਾ, ਪਰ ਅੱਜ ਜੇ ਗੱਲ ਕਰਦੇ ਹਾਂ ਤਾਂ ਕੌਣ ਆ ਜਿਹੜਾ ਪੰਜਾਬ ਨੂੰ ਬਚਾ ਸਕਦਾ? ਮੈਂ ਇੱਕੋ ਹੀ ਬੇਨਤੀ ਕਰਾਂਗਾ ਕਿ ਅੱਜ ਬਹੁਤ ਮੂੰਹ ਐਸੀਆਂ ਗੱਲਾਂ ਬੋਲਦੇ ਨੇ ਜੋ ਆਪ ਜੀ ਨੇ ਕਿਹਾ ਮੈਂ ਪੰਜਾਬ ਨੂੰ ਬਚਾਊਂਗਾ, ਦੂਜਾ ਦਾਵਾ ਕਰਦਾ, ਤੀਜਾ ਦਾਵਾ ਕਰਦਾ। ਉਹਨਾਂ ਦਾ ਦਾਵਾ ਪਿਛਲੇ 40 ਸਾਲ ਤੋਂ ਅਸੀਂ ਦੇਖ ਰਹੇ ਹਾਂ। ਇੱਕ ਇਲੈਕਸ਼ਨ ਤੋਂ ਬਾਅਦ ਆਪਾਂ ਐਨਾਲਿਸਿਸ ਕਰ ਸਕਦੇ ਹਾਂ। ਉਹਨਾਂ ਦਾ ਦਾਵਾ ਸਿਰਫ ਕਹਿਣ ਤੱਕ ਮੁਤਸਰ ਹੈ ਵੀ ਉਹ ਸਿਰਫ ਕਹਿੰਦੇ ਨੇ, ਪਰ ਕਰਦਾ ਕੌਣ ਹੈ? ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਉਹਨਾਂ ਨੂੰ ਰਾਜ ਭਾਗ MLA MP ਬੇਸ਼ੱਕ ਲੋਕਾਂ ਨੇ ਨਹੀਂ ਦਿੱਤਾ, ਪਰ ਉਹ ਆਪਣੇ ਅਕੀਦੇ ਤੋਂ ਪਿੱਛੇ ਨਹੀਂ ਹਟੇ। ਉਹ ਕਰਨ ਦੇ ਜਿਹੜਾ ਇੱਛਾ ਉਹਨਾਂ ਦੀ ਪੰਜਾਬ ਦੇ ਲਈ ਕਰਨ ਦੀ ਇੱਛਾ, ਜਿਹੜੀ ਸੰਤ ਜਰਨੈਲ ਸਿੰਘ ਜੀ ਵੀ ਕਰਨਾ ਚਾਹੁੰਦੇ ਸੀਗੇ। ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਅਸੀਂ ਸਾਰੇ ਉਹਨਾਂ ਦੇ ਨਾਲ ਖੜ ਕੇ ਜਿਹੜਾ ਕਰਨ ਵਾਲਾ ਤੁਸੀਂ ਸਵਾਲ ਕੀਤਾ ਹੈ, ਕਰਨ ਵਾਲੀ ਇਹ ਧਿਰ ਹੈ, ਇੱਕ ਲਾਈਨ ਖਿੱਚੀ ਗਈ ਹੈ, ਅੱਜ ਪੰਜਾਬ ਉੱਠਿਆ। ਮੈਨੂੰ ਆਸ ਹੈ ਕਿ ਪੰਜਾਬ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਰੇ, ਜਿਵੇਂ ਕਿ ਮੈਂ ਪਟਿਆਲਾ ਦੇ ਹੱਤੀ ਤੋਂ ਖੜਾ, ਇੱਦਾਂ ਸਾਰੇ ਸਾਡੇ 93 ਬੰਦੇ ਖੜੇ ਨੇ, ਪ੍ਰਧਾਨ ਸਾਹਿਬ ਸਮੇਤ, ਪ੍ਰਧਾਨ ਸਾਹਿਬ ਅਮਰਗੜ੍ਹ ਤੋਂ ਖੜੇ ਨੇ। ਅਸੀਂ ਕਰਨ ਵਾਲੇ ਹਾਂ, ਬਾਕੀ ਕਹਿਣ ਵਾਲੇ ਨੇ। ਇਹ ਸਾਡਾ 40 ਸਾਲ ਦੀ ਕ੍ਰੈਡੀਬਿਲਿਟੀ ਬੋਲਦੀ ਹੈ। ਕਰੇ ਕਰਾਵੇ ਆਪੇ ਆਪ, ਗੁਰਬਾਣੀ ਦੇ ਵਿੱਚ ਵੀ ਆਉਂਦਾ। ਪਰ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਬੜੇ ਲੰਮੇ ਸਮੇਂ ਤੋਂ ਸੰਘਰਸ਼ ਲੜ ਰਹੇ ਨੇ, ਬੜੇ ਲੰਮੇ ਸਮੇਂ ਤੋਂ ਚੋਣਾਂ ਦੇ ਵਿੱਚ ਉਤਰਦੇ ਨੇ, ਪਰ ਆਈ ਵਾਰ ਹਾਰ ਦਾ ਸਾਹਮਣਾ ਕਰਨਾ ਪੈਂਦਾ। ਕਿਤੇ ਨਾ ਕਿਤੇ ਜਾ ਕੇ ਆਪਦੇ ਗਦਾਰ ਹੋ ਜਾਂਦੇ ਨੇ ਜਾਂ ਫਿਰ ਉਸ ਤਰੀਕੇ ਦੇ ਨਾਲ ਪ੍ਰਚਾਰ ਨਹੀਂ ਹੁੰਦਾ। ਦੇਖੋ, ਪ੍ਰਚਾਰ ਵਾਲੀ ਗੱਲ ਤਾਂ ਇਹ ਹੈ ਕਿ ਅੱਜ ਜਿਸ ਯੁੱਗ 'ਚ ਆਪਾਂ ਰਹਿ ਰਹੇ ਹਾਂ, ਸੋਸ਼ਲ ਮੀਡੀਆ 1 ਘੰਟੇ 'ਚ ਸਾਰੇ ਸੰਸਾਰ 'ਚ ਪਹੁੰਚ ਜਾਂਦਾ ਹੈ। ਜੇ ਬਾਕੀਆਂ ਦੀਆਂ ਖਬਰਾਂ ਕੇਜਰੀਵਾਲ ਆ ਕੇ ਕਿਸੇ ਨੂੰ ਮਿਲਿਆ ਨਹੀਂ ਸੀ, ਉਹਦਾ ਗੱਲ ਫਿਰ ਵੀ ਲੋਕ ਕਰ ਰਹੇ ਸੀ। 5 ਸਾਲ ਪਹਿਲਾਂ ਟੋਪੀਆਂ ਤੇ ਰਿਬਨ ਮੁੱਕਦੇ ਹੀ ਨਹੀਂ ਸੀ, ਅੱਜ ਉਹ ਦਿਸਦੇ ਨਹੀਂ ਹਨ। ਸੋ ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਕਹਿਣ ਵਾਲੇ ਬਹੁਤ ਨੇ। ਜਿਹੜਾ ਤੁਸੀਂ ਦੂਜਾ ਸਵਾਲ ਕੀਤਾ ਹੈ ਕਿ ਹਾਰ
ਹਾਰ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਹੈ, ਹਾਰ ਲੋਕ ਨਾ ਸਮਝਣ, ਉਹਨੂੰ ਲੋਕ ਸ਼ਾਇਦ ਹਾਰ ਸਮਝਦੇ ਨੇ, ਪਰ ਜਿਹੜੇ ਲੋਕ ਖੜੇ ਨੇ, ਅਸੀਂ ਖੜੇ ਹਾਂ, ਸਾਡੀ ਅਗਵਾਈ ਕਰ ਰਹੇ ਨੇ ਸਿਮਰਨਜੀਤ ਸਿੰਘ ਮਾਨ, ਸਾਰੇ ਬੰਦੇ, ਅਸੀਂ ਹਾਰਦੇ ਨਹੀਂ। ਹਾਂ, ਅਸੀਂ ਇਸ ਗੱਲ ਤੋਂ ਜ਼ਰੂਰ ਥੋੜ੍ਹਾ ਜਿਹਾ ਦੁਖੀ ਹੁੰਦੇ ਹਾਂ ਕਿ ਲੋਕ ਇਸ ਵਾਰ ਵੀ ਨਹੀਂ ਸਮਝੇ, ਲੋਕ ਇਸ ਵਾਰ ਨਹੀਂ ਸਮਝੇ। ਇਹ ਜਿਹੜੀ ਵਾਰ ਹੈ ਕਿਸਾਨ ਅੰਦੋਲਨ ਤੋਂ ਬਾਅਦ, ਜਿਹੜੀ ਅਵੇਅਰਨੈਸ ਦੁਬਾਰਾ 84 ਤੋਂ ਬਾਅਦ, 81 ਤੋਂ ਬਾਅਦ, 78 ਤੋਂ ਬਾਅਦ, 99 ਤੋਂ ਬਾਅਦ ਆਈ ਹੈ, ਉਹ ਦੱਸਦੀ ਹੈ, ਜੋ ਦਿਖ ਰਹੀ ਹੈ ਕਿ ਅੱਜ ਫਿਰ ਸਾਡੇ ਲੋਕ ਉਹ ਚੀਜ਼ ਸਮਝਣ ਲੱਗੇ ਨੇ ਜੋ ਸਿਮਰਨਜੀਤ ਸਿੰਘ ਮਾਨ ਪੂਰੇ 37.5 ਸਾਲ ਤੋਂ ਲਗਾਤਾਰ ਸਮਝਾਉਂਦੇ ਨੇ। ਉਹਨਾਂ ਦੀ ਸਮਝ ਦੇ ਉੱਤੇ ਡਿਪੈਂਡ ਕਰਦਾ ਹੈ ਲੋਕਾਂ ਦੀ, ਕਿ ਉਹ ਜੇ ਸਾਡੀ ਗੱਲ ਸਮਝ ਜਾਣਗੇ ਤਾਂ ਉਹਨਾਂ ਦਾ ਭਲਾ ਹੋ ਜਾਊਗਾ। ਹਾਰਦੇ ਉਹ ਨੇ, ਪਰ ਉਹਨਾਂ ਨੂੰ ਪਤਾ ਲੱਗਦਾ ਨਹੀਂ। ਅਸੀਂ ਚਾਹੁੰਦੇ ਹਾਂ ਕਿ ਉਹ ਜਿੱਤਣ, ਸਾਨੂੰ ਵੋਟ ਪਾ ਕੇ, ਤਾਂ ਜੋ ਅਸੀਂ ਉਹਨਾਂ ਦੇ ਸੇਵਕ ਦੇ ਰੂਪ 'ਚ, ਜੇ ਰਾਜ ਨਹੀਂ ਵੀ ਦਿੱਤਾ ਫਿਰ ਵੀ ਸੇਵਾ ਕੀਤੀ ਹੈ, ਜੇ ਰਾਜ ਦੇਣਗੇ ਫਿਰ ਵੀ ਸੇਵਾ ਕਰਾਂਗੇ। ਸ਼ਸਤਰ ਕੇ ਅਧੀਨ ਹੈ ਰਾਜ, ਕਿਰਪਾਨ ਨੂੰ ਲੈ ਕੇ ਆਈ ਵਾਰ ਗੱਲਾਂ ਹੁੰਦੀਆਂ ਨੇ ਕਿ ਸਿਮਰਜੀਤ ਸਿੰਘ ਮਾਨ ਤਾਂ ਨਹੀਂ ਜਿੱਤਦੇ ਕਿ ਪਾਰਲੀਮੈਂਟ ਦੇ ਵਿੱਚ ਕਿਰਪਾਨ ਦਾ ਮੁੱਦਾ ਖੜਾ ਹੋ ਗਿਆ ਸੀ। ਕਿਰਪਾਨ ਕਹਿੰਦੇ ਕਿ ਲੈ ਕੇ ਜਾਣੀ ਆ, ਇਹ ਵੀ ਕੋਈ ਗੱਲ ਹੋ ਸਕਦੀ ਹੈ? ਇਹਦੇ 'ਚ ਦੋ ਗੱਲਾਂ ਨਾ ਕਹਿਣੀਆਂ ਪੈਣਗੀਆਂ। 89 ਦੇ ਵਿੱਚ ਪ੍ਰਧਾਨ ਸਾਹਿਬ ਕਿਰਪਾਨ ਲੈ ਕੇ ਨਹੀਂ ਗਏ, 99 ਦੇ ਵਿੱਚ ਪ੍ਰਧਾਨ ਸਾਹਿਬ ਕਿਰਪਾਨ ਲੈ ਕੇ ਗਏ ਨੇ, ਆਪਣਾ ਕਿਰਪਾਨ ਦੇ ਸਮੇਤ ਅੰਦਰ ਗਏ ਨੇ, ਛੋਟੀ ਜਿਹੜੀ ਪਾਈ ਹੋਈ ਸੀ, ਜੋ ਲੋਕਾਂ ਦੀ ਕੁਐਸਚਨ ਸੀਗਾ ਉਹਦੇ ਮੁਤਾਬਕ ਉਹ ਗਏ ਨੇ। ਹੁਣ ਗੱਲ ਇੱਥੇ ਕਲੀਅਰ ਸਿਰਫ 1 ਮਿੰਟ 'ਚ ਇਹ ਕਰਨੀ ਹੈ ਮੈਂ, ਕਿ ਕਿਰਪਾਨ ਜਦੋਂ ਨਹੀਂ ਲੈ ਕੇ ਗਏ ਉਦੋਂ ਵੀ ਪ੍ਰਧਾਨ ਸਾਹਿਬ ਕਾਨੂੰਨ ਦੀ ਗੱਲ ਕਰ ਰਹੇ ਸੀ, ਕਿਉਂਕਿ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਇੱਕ ਸਿੱਖ ਕੈਨ ਵੀਅਰ ਐਂਡ ਕੈਰੀ ਕਿਰਪਾਨ ਵਿਦ ਹਿਮ, ਆਰਟੀਕਲ 25 ਇਹ ਗੱਲ ਲਿਖੀ ਹੈ ਭਾਰਤ ਦੇ ਫੰਡਾਮੈਂਟਲ ਰਾਈਟ ਦੇ ਵਿੱਚ। ਉਹ ਪ੍ਰਧਾਨ ਸਾਹਿਬ ਲੋਕਾਂ ਨੂੰ ਦੱਸ ਰਹੇ ਸੀ ਇੱਕ ਪ੍ਰੋਟੈਸਟ ਕਰਕੇ ਕਿ ਜਿਹੜੀ ਕਿਰਪਾਨ ਦਾ ਮੈਨੂੰ ਅਧਿਕਾਰ ਦਿੱਤਾ ਸੰਵਿਧਾਨ ਨੇ, ਉਹ ਕਿਰਪਾਨ ਵੀ ਲੈ ਕੇ ਨਹੀਂ ਜਾਣ ਦਿੰਦੇ, ਔਰ ਨਹੀਂ ਲੈ ਕੇ ਜਾਣ ਦਿੱਤੀ। ਜਿਹੜੇ ਲੋਕ ਕਹਿੰਦੇ ਨੇ ਕਿ ਤੁਸੀਂ ਕਿਰਪਾਨ ਦੇ ਨਾਲ ਅੰਦਰ ਜਾ ਕੇ ਕੀ ਕਰਨਾ ਸੀ, ਅਸੀਂ ਆਪਣੇ ਸਾਨੂੰ ਮਿਲੇ ਹੋਏ ਅਧਿਕਾਰ ਦੀ ਵਰਤੋਂ ਕਰਨੀ ਸੀ ਕਿ ਅਸੀਂ ਕਿਰਪਾਨ ਪਾ ਵੀ ਸਕਦੇ ਹਾਂ, ਅਸੀਂ ਕਿਰਪਾਨ ਚੁੱਕ ਕੇ ਜਾ ਵੀ ਸਕਦੇ ਹਾਂ। 89 ਦੇ ਵਿੱਚ ਇਹ ਹੋਇਆ। 99 ਦੇ ਵਿੱਚ ਪ੍ਰਧਾਨ ਸਾਹਿਬ ਸੰਗਰੂਰ ਤੋਂ ਫਿਰ MP ਬਣ ਕੇ ਫਿਰ ਪਾਰਲੀਮੈਂਟ 'ਚ ਗਏ ਨੇ। ਉਹਨਾਂ ਨੇ ਸਿੱਖ ਨਸਲਕੁਸ਼ੀ ਦੀ ਗੱਲ ਕੀਤੀ ਹੈ। ਉਹਨਾਂ ਨੇ 75 ਤੋਂ ਉੱਪਰ YouTube ਦੇ ਉੱਪਰ ਪਾਰਲੀਮੈਂਟ ਦੇ ਵਿੱਚ ਰਹਿ ਕੇ ਸਪੀਚਾਂ ਕੀਤੀਆਂ ਨੇ। ਇਹ ਵੀ ਲੋਕਾਂ ਨੂੰ ਦੇਖਣਾ ਚਾਹੀਦਾ। ਜੇ ਗੱਲ ਇਹ ਦੇਖਦੇ ਨੇ, ਉਹ ਨੁਕਤਾ ਮੈਂ ਸਮਝਾ ਦਿੱਤਾ। ਦੂਜੀ ਬੇਨਤੀ ਇਹ ਹੈ ਕਿ 89 ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜਾ ਕੇ ਪ੍ਰਧਾਨ ਸਾਹਿਬ ਨੇ 5 ਸਾਲ ਜਿਹੜਾ ਬੋਲਿਆ, ਦੱਸੋ ਸਾਨੂੰ ਪੰਜਾਬ ਦਾ ਹੋਰ ਕਿਹੜਾ ਲੀਡਰ ਬੋਲਿਆ? ਉਹ ਗੱਲਾਂ ਉਹਨਾਂ ਨੂੰ ਨਹੀਂ ਅੱਗੇ ਲੈ ਕੇ ਆ ਰਹੇ। ਇਹ ਸਾਰਾ ਹੁੰਦਾ ਹੈ ਸਟੇਟ, ਜਦੋਂ ਜਿਹੜੀ ਹਿੰਦੂਤਵ ਸਟੇਟ ਹੈ, ਜਦੋਂ ਸਟੇਟ ਸਾਡੇ ਅਗੇਂਸਟ ਹੈ, ਕਿਉਂਕਿ ਅਸੀਂ ਆਜ਼ਾਦੀ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਬੰਦੇ ਨੂੰ ਉਹਦਾ ਫੰਡਾਮੈਂਟਲ ਰਾਈਟ ਉੱਦਾਂ ਹੀ ਮਿਲਣਾ ਚਾਹੀਦਾ ਹੈ ਜਿੱਦਾਂ ਕਿ ਸੰਵਿਧਾਨ 'ਚ ਲਿਖਿਆ ਜੇ ਫਿਰ ਉਸ ਤੋਂ ਬਾਅਦ ਸਾਨੂੰ ਖਾਲਿਸਤਾਨ ਦੀ ਮੰਗ ਵੀ ਕਰਨੀ ਪਈ ਹੈ, ਅਸੀਂ ਕੀਤੀ ਹੈ, ਅਸੀਂ ਅੱਜ ਵੀ ਕਰਦੇ ਹਾਂ। ਪਰ ਆਹ ਜਿਹੜਾ ਇਲੈਕਸ਼ਨਾਂ ਹੋ ਰਹੀਆਂ ਨੇ, ਇਹਨਾਂ ਦੇ ਵਿੱਚ ਖਾਲਿਸਤਾਨ ਸਾਡਾ ਇਹ ਨਹੀਂ ਕਿ ਸਾਡਾ ਮੁੱਦਾ ਵਿਸਰ ਗਿਆ, ਪਰ ਅਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਉਦੋਂ ਵੀ ਇਹ ਕਹਿਣਾ ਜੋ ਬਾਹਰ ਰਹਿ ਕੇ ਕੀਤਾ ਕਿ ਲੋਕਾਂ ਨੂੰ ਸਮਝਾਈਏ ਕਿ ਖਾਲਿਸਤਾਨ ਦੀ ਲੋੜ ਹੈ ਕਿਉਂ, ਉਹਦੇ ਨਾਲ ਲੋਕਾਂ ਦੀ ਬਿਹਤਰੀ ਕੀ ਹੋਏਗੀ। ਜੇ ਖਾਲਿਸਤਾਨ ਬਣੂਗਾ ਜਾਂ ਨਹੀਂ ਬਣੂਗਾ ਜਾਂ ਲੇਟ ਬਣੂਗਾ, ਇਹਦਾ ਵੀ ਡਿਪੈਂਡੈਂਟ ਜਿਹੜੀ ਹੈ ਉਹ ਲੋਕਾਂ ਦੀ ਵੋਟ ਦੇ ਉੱਤੇ ਹੈ। ਅਸੀਂ ਕੋਈ ਬੰਦੂਕਾਂ ਚਲਾ ਕੇ ਪਾਰਲੀਮੈਂਟ 'ਚ ਜਾਂ ਵਿਧਾਨ ਸਭਾ 'ਚ ਨਹੀਂ ਕਰਨਾ ਹੈ। ਅਸੀਂ ਲੋਕਾਂ ਨੂੰ ਸਮਝਾਉਣਾ ਹੈ। ਇਹਨੂੰ ਰੈਫਰੈਂਡਮ ਕਹਿੰਦੇ ਨੇ। ਬਹੁਤ ਮੁਲਕਾਂ ਦੇ ਵਿੱਚ ਇਹ ਰੈਫਰੈਂਡਮ ਹੋ ਚੁੱਕੇ ਨੇ, ਜਿਵੇਂ ਕਿ ਸਕਾਟਲੈਂਡ ਦਾ ਰੈਫਰੈਂਡਮ ਇੰਗਲੈਂਡ ਨੇ ਕਰਵਾਇਆ। ਸੋ ਉਹ ਸਕਾਟਲੈਂਡ ਵੀ ਅੱਡ ਹੋਣਾ ਚਾਹੁੰਦਾ ਸੀ, ਪਰ ਅੱਜ ਉਹ ਉੱਥੇ ਹੀ ਬੈਠਾ ਹੈ, ਉਹ ਫਿਰ ਵੀ ਲੜ ਰਿਹਾ ਤੇ ਫਿਰ ਵੀ ਸੰਘਰਸ਼ ਕਰ ਰਿਹਾ। ਇਸ ਤਰ੍ਹਾਂ ਅਸੀਂ ਵੀ ਕਰ ਰਹੇ ਹਾਂ, ਕਾਨੂੰਨੀ ਤੌਰ 'ਤੇ ਕਰ ਰਹੇ ਹਾਂ। ਤੇ ਜੇ ਲੋਕ ਸਮਝ ਜਾਣਗੇ ਇਸ ਗੱਲ ਨੂੰ ਤਾਂ ਵੀ ਠੀਕ ਹੈ, ਜੇ ਨਹੀਂ ਸਮਝਣਗੇ, ਅਸੀਂ ਜਿਹੜੇ ਲੋਕਾਂ ਦੀਆਂ ਜ਼ਰੂਰੀ ਲੋੜਾਂ, ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਚੜਾਤਾ ਇਹਨਾਂ ਨੇ, ਜਿਹੜਾ ਸਾਡੀ ਜਵਾਨੀ ਬੇਰੁਜ਼ਗਾਰ ਕਰਤੀ, ਜਿਹੜਾ ਨਸ਼ੇ ਨੂੰ ਘਰ ਘਰ ਪਹੁੰਚਾਤਾ, ਇਹ ਕਿਹਨੇ ਪਹੁੰਚਾਇਆ? ਰਾਜ ਕਰਨ ਵਾਲਿਆਂ ਨੇ ਪਹੁੰਚਾਇਆ, ਸਭ ਨੂੰ ਪਤਾ ਹੈ। ਉਹਨਾਂ ਨੂੰ ਖਤਮ ਕਰਨ ਦੇ ਲਈ ਅੱਜ ਇਹ ਬੀੜਾ ਅਸੀਂ ਇੱਕ ਵਾਰ ਫਿਰ ਚੁੱਕਿਆ ਕਿ ਅਸੀਂ ਲੱਕ ਬੰਨ੍ਹ ਕੇ ਵਿਧਾਨ ਸਭਾ ਵਿੱਚ ਜਾ ਕੇ ਆਹ ਜਿਹੜੇ ਮੁੱਦੇ ਨੇ ਇਹਨਾਂ ਨੂੰ ਹੱਲ ਕਰੀਏ, ਤਾਂ ਜੋ ਸਾਡੀ ਜਵਾਨੀ ਜਿਹੜੀ ਹੈ ਉਹ ਤਬਾਹ ਨਾ ਹੋ ਕੇ ਸਾਡਾ ਫਿਊਚਰ ਜਿਹੜਾ ਹੈ ਉਹ ਸਿਕਿਉਰ ਹੋਵੇ। ਤੇ ਅਸੀਂ ਮਤਲਬ ਕਹਿਣ ਤੋਂ ਲੋਕਾਂ ਦੀ ਸੇਵਾ ਕਰਕੇ, ਲੋਕਾਂ ਨੂੰ ਸਮਝਾ ਕੇ ਅਸਲ ਵਿੱਚ ਕੇਵਲ ਕਹੀਏ ਨਾ ਕਰੀਏ, ਇਸ ਵਾਸਤੇ ਅਸੀਂ ਚੋਣ ਲੜ ਰਹੇ ਹਾਂ। ਪ੍ਰੋਫੈਸਰ ਸਾਹਿਬ, ਖਾਲਿਸਤਾਨ ਦੀ ਗੱਲ ਕਰੀਏ, ਤੁਸੀਂ ਖਾਲਿਸਤਾਨ ਦਾ ਜਦੋਂ ਨਾਅਰਾ ਲੱਗਦਾ, ਬੜੇ ਲੋਕਾਂ ਦੇ ਉੱਪਰ UAPA ਵਰਗੇ ਕਾਨੂੰਨ ਲਾਗੂ ਕਰਕੇ ਟਾਂਡਾ ਲਾ ਕੇ ਅੰਦਰ ਸੁੱਟ ਦਿੱਤਾ ਜਾਂਦਾ। ਬਾਅਦ ਦੇ ਵਿੱਚੋਂ ਉਹ ਜਥੇਬੰਦੀਆਂ ਵੀ ਉਹਨਾਂ ਦੀ ਬਾਤ ਨਹੀਂ ਪੁੱਛਦੀਆਂ, ਜਿਹੜੀਆਂ
ਮੂਹਰੇ ਹੋ ਕੇ ਚੱਲਦੀਆਂ ਨੇ ਕਿ ਅਸੀਂ ਖਾਲਿਸਤਾਨ ਬਣਾਉਣਾ, ਅਸੀਂ ਪੰਜਾਬ ਨੂੰ ਵੱਧ ਅਧਿਕਾਰ ਦਿਵਾਉਣੇ ਆ। ਜਿਵੇਂ ਹੁਣ ਤਾਜੀ ਘਟਨਾ ਬਨੂੜ ਦੀ ਹੋਈ ਆ, ਜਗਮੀਤ ਸਿੰਘ ਤੇ ਉਹਦੀ ਮਾਤਾ ਨੂੰ ਅੰਦਰ ਸੁੱਟ ਦਿੱਤਾ ਗਿਆ, ਉਸ ਦੀ ਕਿਸੇ ਨੇ ਜਾ ਕੇ ਸਾਰ ਨਹੀਂ ਲਈ। ਉਹਦਾ ਪਿਓ ਅੱਜ ਵੀ ਰੋਂਦਾ ਨਜ਼ਰ ਆ ਰਿਹਾ, ਉਹਦਾ ਪਿਓ ਅੱਜ ਵੀ ਕਹਿੰਦਾ ਗਿਆ ਕਿ ਅਸੀਂ ਆਪ ਦਾ ਵਕੀਲ ਆਪ ਕਰਾਂਗੇ, ਅਸੀਂ ਆਪ ਕੇਸ ਲੜਾਂਗੇ। ਅਜਿਹੀਆਂ ਗੱਲਾਂ ਹੁੰਦੀਆਂ ਨੇ। ਫਿਰ ਲੋਕ ਕਿਉਂ ਮੰਗਦੇ ਨੇ, ਕਿਉਂ ਜੁੜਨਗੇ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ, ਸਵਾਲ ਖੜੇ ਹੁੰਦੇ ਨੇ। ਦੇਖੋ ਸਾਡੀ ਪਾਰਟੀ, ਜਿਵੇਂ ਕਿ ਮੈਂ ਉੱਥੇ ਸਟੇਜ ਤੇ ਵੀ ਕਹਿ ਕੇ ਆਇਆ ਕਿ 1999 ਜਦੋਂ ਖਾਲਸਾ ਪੰਥ ਦਾ ਸਾਲ ਮਨਾਇਆ ਜਾ ਰਿਹਾ ਸੀ, ਇਹ ਇੰਗਲਿਸ਼ ਟ੍ਰਿਬਿਊਨ ਦੀ ਖਬਰ ਹੈ। ਮਾਨ ਸਾਹਿਬ ਦਿਖ ਰਹੇ ਨੇ, ਉਦੋਂ ਉਹ ਐਮਪੀ ਸੀ। ਇਹ ਹੁੰਦਾ ਇੱਕ ਐਮਪੀ ਦਾ ਕੰਮ ਕਿ ਆਪਣੇ ਲੋਕ, ਕਿਉਂਕਿ 97 ਦੇ ਵਿੱਚ ਜਿਹੜੀਆਂ ਵੋਟਾਂ ਪਈਆਂ, ਬਾਦਲ ਨੇ ਉਹਦੇ ਵਿੱਚ ਇੱਕ ਵਾਅਦਾ ਕੀਤਾ ਸੀ ਕਿ ਮੈਂ 1 ਮਹੀਨੇ ਵਿੱਚ ਸਾਰੇ ਸਿੱਖ ਕੈਦੀ ਰਿਹਾ ਕਰਾਂਗਾ। ਇਹ ਉਹਦਾ ਮੈਮੋਰੈਂਡਮ ਉਹਦੀ ਕੋਠੀ ਵੱਲ ਜਾ ਰਹੇ ਨੇ, ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਇਹ ਯਾਦ ਕਰਾਉਣ ਲਈ ਕਿ ਬੰਦੀ ਸਿੰਘ, ਅੱਜ ਵੀ ਅਸੀਂ ਨਾਅਰੇ ਲਾ ਰਹੇ ਹਾਂ ਕਿ ਬੰਦੀ ਸਿੰਘ ਲਿਆ ਕਰੋ। ਜਿਵੇਂ ਤੁਸੀਂ ਗੱਲ ਕੀਤੀ ਹੈ, ਇਹ ਵੀ ਕੱਲ੍ਹ ਬੰਦੀ ਸਿੰਘ ਹੋਣਗੇ, ਅੱਜ ਵੀ ਬੰਦੀ ਸਿੰਘ ਨੇ ਉਹਦੀ ਮਾਤ। ਅਸੀਂ ਤਾਂ ਹਰ ਮੁਜ਼ਾਹਰਾ ਵੀ ਕਰਦੇ ਹਾਂ, ਪਾਰਲੀਮੈਂਟ 'ਚ ਵੀ ਬੋਲੇ ਹਾਂ, ਵਿਧਾਨ ਸਭਾ 'ਚ ਵੀ ਬੋਲਾਂਗੇ। ਜੋ ਇੱਕ ਚੁਣਿਆ ਹੋਇਆ ਨੁਮਾਇੰਦਾ ਕਰ ਸਕਦਾ ਹੈ ਉਹ ਹਰ ਹਾਲਤ ਵਿੱਚ ਕਰਾਂਗੇ। ਹਾਂ, ਜਿਹੜੇ ਬੱਚੇ ਫੜੇ ਜਾ ਰਹੇ ਨੇ ਉਹ ਖਾਲਿਸਤਾਨ ਦੇ ਗੱਲ ਕਹਿਣ 'ਤੇ ਨਹੀਂ, ਝੂਠੇ ਕੇਸ ਪਾਏ ਜਾ ਰਹੇ ਨੇ ਉਹਨਾਂ 'ਤੇ ਝੂਠੇ ਕੇਸ ਖਾਲਿਸਤਾਨ ਦੇ ਨਹੀਂ, ਕਿਸੇ ਤੋਂ ਹਥਿਆਰ ਦਿਖਾਏ ਜਾ ਰਹੇ ਨੇ, ਕਿਸੇ ਤੋਂ ਕੋਈ ਹੋਰ ਐਸੀ ਚੀਜ਼ ਜਿਹੜੀ ਵਾਇਲੈਂਟ ਚੀਜ਼ ਹੈ ਉਹ ਦਿਖਾਈ ਜਾ ਰਹੀ ਹੈ। ਖਾਲਿਸਤਾਨ ਅਸੀਂ ਕਹਿੰਦੇ ਹਾਂ। ਅਸੀਂ ਲਗਾਤਾਰ, ਤੁਹਾਨੂੰ ਪਤਾ ਕਿ ਮਾਨ ਸਾਹਿਬ ਦੀ ਪਾਰਟੀ ਸੰਤ ਜਰਨੈਲ ਸਿੰਘ ਦਾ 12 ਫਰਵਰੀ ਹਰ ਸਾਲ ਫਤਿਹਗੜ੍ਹ ਸਾਹਿਬ ਜਨਮ ਦਿਨ ਮਨਾਉਂਦੀ ਹੈ ਅਤੇ ਉੱਥੇ ਖਾਲਿਸਤਾਨ ਦੇ ਰੱਜ ਕੇ ਨਾਅਰੇ ਮਾਰਦੀ ਹੈ। ਅੱਜ ਵੀ ਮੈਂ ਤੁਹਾਨੂੰ ਟੀਵੀ 'ਤੇ ਕਹਿ ਰਿਹਾ। ਪਰ ਗੱਲ ਇਹ ਹੈ ਕਿ ਜਿਹੜੀ ਚੀਜ਼ ਦੀ ਇਜਾਜ਼ਤ ਸਾਨੂੰ 2008 ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਨੇ ਦੇ ਤੀ ਕਿ ਤੁਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ, ਖਾਲਿਸਤਾਨ ਦਾ ਨਾਅਰਾ ਮਾਰ ਸਕਦੇ ਹੋ, ਖਾਲਿਸਤਾਨ ਦੇ ਉੱਤੇ ਪ੍ਰਚਾਰ ਕਰ ਸਕਦੇ ਹੋ, ਇਲੈਕਸ਼ਨ ਲੜ ਸਕਦੇ ਹੋ, ਬਟ ਵਾਇਲੈਂਟ ਨਹੀਂ ਹੋਣਾ, ਸ਼ਾਂਤੀਪੂਰਨ ਕਰਨਾ ਹੈ। ਇਹ ਅਸੀਂ ਕਰੀ ਜਾ ਰਹੇ ਹਾਂ। ਜਿਹੜੀ ਸਰਕਾਰ ਕੇਸ ਬਣਾ ਕੇ ਕਰਦੀ ਆ ਉਹ ਝੂਠੇ ਕੇਸ ਦਰਜ ਕਰਦੀ ਆ। ਕੋਈ ਉਹਨਾਂ ਤੋਂ ਹਥਿਆਰ ਨਹੀਂ ਫੜੇਗੇ, ਕੋਈ ਉਹਨਾਂ ਤੋਂ ਉਹ ਨਹੀਂ ਹੋਇਆ। ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਬਣੋ ਤਾਂ ਜੋ ਅਸੀਂ ਇਹ ਸਵਾਲ ਕਰ ਸਕੀਏ ਜਿਹੜਾ ਅਸੀਂ 37 ਸਾਲ ਤੋਂ ਕਰ ਵੀ ਰਹੇ ਹਾਂ ਸਰਕਾਰਾਂ ਨੂੰ, ਕਿ ਸਾਡੇ ਸ਼ਾਂਤੀਪੂਰਨ ਲੋਕ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ, ਪ੍ਰੋਫੈਸਰ ਮਹਿੰਦਰਪਾਲ ਸਿੰਘ ਨੂੰ ਹੁਣ ਜਾਣਦੇ ਨੇ ਸਾਰੇ, ਇਸ ਕਰਕੇ ਉਹਨੂੰ ਗ੍ਰਿਫਤਾਰ ਨਹੀਂ ਕਰਦੇ। ਇਸੇ ਤਰ੍ਹਾਂ ਉਹ ਵੀ ਕੱਲ੍ਹ ਇੱਕ ਜਾਣ ਪਛਾਣ ਦੇ ਆਪਣੇ ਇਲਾਕੇ ਦੇ ਵਿੱਚ ਬੰਦੇ ਹੋਣਗੇ, ਉਹਨਾਂ ਦੀਆਂ ਐਕਟੀਵਿਟੀ, ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਦਿਖਣਗੀਆਂ। ਉਹ ਜੋ ਲੋਕਤੰਤਰ ਦਾ ਇੱਕ ਮਤਲਬ ਕਿ ਇੱਕ ਮੇਜਰ ਹੈ, ਇੱਕ ਪੈਮਾਨਾ ਹੈ ਕਿ ਤੁਸੀਂ ਦਿਸਦੇ ਹੋ ਕਿ ਤੁਸੀਂ ਕਿਸੇ ਮਿਸ਼ਨ ਦੇ ਲਈ ਕੰਮ ਕਰ ਰਹੇ ਹੋ ਅਤੇ ਤੁਸੀਂ ਕੀ ਕਰਦੇ ਹੋ। ਅਸੀਂ ਦਿਖਾਂਗੇ, ਅਸੀਂ ਮੀਟਿੰਗਾਂ ਕਰ ਰਹੇ ਹਾਂ, ਅਸੀਂ ਇਸ਼ਤਿਹਾਰ ਲਾ ਰਹੇ ਹਾਂ। ਇਹ ਸਾਨੂੰ ਸੁਪਰੀਮ ਕੋਰਟ ਨੇ ਦਿੱਤਾ ਹੈ, ਇਸ ਚੀਜ਼ ਨੂੰ ਸਮਝਣਾ ਪਏਗਾ। ਨਹੀਂ ਤਾਂ ਝੂਠੇ ਕੇਸ ਬਣਾ ਕੇ ਡਰਾਈਕੋਨੀਅਨ ਲਾਜ਼ ਦੇ ਅਧੀਨ, ਜਿਹੜੇ ਅੰਗਰੇਜ਼ਾਂ ਦੇ ਟਾਈਮ 'ਤੇ ਜਾਂ ਔਰੰਗਜ਼ੇਬ ਦੇ ਟਾਈਮ 'ਤੇ ਫੜੇ ਜਾਂਦੇ ਸੀ, ਸਾਹਿਬਜ਼ਾਦੇ ਸ਼ਹੀਦ ਕੀਤੇ ਜਾਂਦੇ ਸੀ, ਇਹ ਉਹ ਕਾਨੂੰਨ ਵਰਤ ਰਹੀ ਹੈ ਹਿੰਦੂਤਵੀ ਸਰਕਾਰ। ਪਹਿਲਾਂ ਕਾਂਗਰਸ ਕਰਦੀ ਰਹੀ ਹੈ, ਹੁਣ ਆਪਣਾ ਬੀਜੇਪੀ ਕਰ ਰਹੀ ਹੈ ਅਤੇ ਤਿਆਰ ਹੈ ਆਪ ਵੀ, ਕਿਉਂਕਿ ਆਪ ਨੇ CAA ਅਤੇ NRC ਦੇ ਵਿੱਚ ਦਿਖਾਤਾ ਕਿ ਮੈਂ ਘੱਟ ਗਿਣਤੀਆਂ ਦੀ ਨਹੀਂ, ਮੈਂ ਹਿੰਦੂਤਵੀ ਦੀ ਗੁਲਾਮ ਹਾਂ। 370 ਨੂੰ ਜਦੋਂ ਤੋੜਿਆ ਗਿਆ ਕਸ਼ਮੀਰ ਦੇ ਵਿੱਚ, ਬਾਦਲ ਨੇ ਅਤੇ ਆਪਣਾ ਆਪ ਨੇ ਉਹਦੇ ਤੋੜਨ ਵਿੱਚ ਜਿਹੜੀ ਆਜ਼ਾਦੀ ਦੀ ਗੱਲ ਸੀ, ਜਿਹੜੀ ਸੰਵਿਧਾਨ 'ਚ ਮੰਨੀ ਗਈ ਸੀ, ਉਹਨੂੰ ਜਦੋਂ ਤੋੜਿਆ ਗਿਆ, ਇਸ ਕੇਜਰੀਵਾਲ ਨੇ ਘੱਟ ਗਿਣਤੀਆਂ ਨਾਲ ਨਹੀਂ ਖੜੇ, ਹਿੰਦੂਤਵੀ BJP ਨਾਲ ਖੜੇ ਨੇ। ਸੋ ਇਹ ਇੱਥੇ ਲੋਕਾਂ ਨਾਲ ਵਾਅਦਾ ਕਰਕੇ ਗਿਆ ਸੀਗਾ, ਉਹ ਵਾਅਦਾ ਕਿੱਥੇ ਗਿਆ? 17 'ਚ ਅੱਜ ਵਾਅਦੇ ਕਰ ਰਿਹਾ ਹੈ ਕੇਜਰੀਵਾਲ। 17 'ਚ ਕਹਿੰਦਾ ਮੈਂ ਦੂਜੇ ਦਿਨ ਹੀ ਆਪਣਾ ਵਿਕਰਮ ਮਜੀਠੀਏ ਨੂੰ ਫੜ ਕੇ ਅੰਦਰ ਸੁੱਟਾਂਗਾ ਜਿਹਨੇ ਨਸ਼ਾ ਫੈਲਾਇਆ ਕਰ। ਉਹਨੇ ਜਾ ਕੇ ਉੱਥੇ ਰਿਟਨ ਕੋਰਟ ਦੇ ਵਿੱਚ ਫਿਰ ਮਾਫੀ ਕਿਉਂ ਮੰਗੀ? ਜੇ ਉਹ ਵਾਅਦਾ ਨਹੀਂ ਨਿਭਾ ਸਕਿਆ ਤੇ ਅੱਜ ਜਿਹੜੇ ਵਾਅਦੇ ਕਰ ਰਿਹਾ ਹੈ ਉਹ ਕਿਵੇਂ ਨਿਭਾਏਗਾ? ਕਹਿੰਦਾ ਮੈਂ ਗਰੰਟੀ ਦੇ ਕੇ ਜਾਣਾ, ਕਹਿੰਦਾ ਗਰੰਟੀਆਂ ਕਹਿੰਦਾ ਮੇਰੀਆਂ ਪੇਸ਼ ਨੇ, ਕਹਿੰਦਾ ਮੈਂ ਰੁਜ਼ਗਾਰ ਦੇਵਾਂਗਾ, ਪੰਜਾਬ ਨੂੰ ਪੰਜਾਬ ਬਣਾਊਂਗਾ, ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਕਰੂੰਗਾ। ਕੀ ਤੁਸੀਂ ਜਾਇਜ਼ ਮੰਨਦੇ ਹੋ ਦਿੱਲੀ ਮਾਡਲ? ਮੈਂ ਤੁਹਾਨੂੰ ਇਹੀ ਤਾਂ ਗੱਲ ਕਹੀ ਹੈ, ਕਹਿਣਾ ਤੇ ਕਰਨਾ। ਜਦੋਂ 5 ਸਾਲ ਪਹਿਲਾਂ ਉਹ ਕਹਿ ਕੇ ਗਿਆ ਵੀ ਮੈਂ ਫੜ ਲੂੰਗਾ, ਜਾ ਕੇ ਰਿਟਨ ਵਾਅਦਾ ਤਾਂ ਉਹਨੇ ਇਹ ਕੀਤਾ ਕਿ ਮੈਂ ਰਿਟਨ ਮਾਫੀ ਮੰਗ ਰਿਹਾ ਮਜੀਠੀਏ ਤੋਂ। ਮੇਰੀ ਉਸੇ ਟਾਈਮ ਦੀ YouTube ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਦੀ ਪਟਿਆਲੇ ਬੱਸ ਸਟੈਂਡ ਦੇ ਬਾਹਰ 25 ਮਿੰਟ ਦੀ ਮਜੀਠੀਏ ਦੇ ਖਿਲਾਫ ਜਦੋਂ ਉਹ ਆਪਣਾ DSP ਨੇ ਕਿਹਾ ਸੀ ਕਿ ਚਿੱਟਾ ਉਹ ਵਿਕਾਉਂਦਾ ਸਾਡੇ ਤੋਂ, ਜਿਹੜਾ ਫੜਿਆ ਗਿਆ ਸੀ, ਉਹਦਾ ਨਾਮ ਮੈਨੂੰ ਵਿਸਰ ਗਿਆ, ਉਹਦੇ ਹੱਕ 'ਚ ਭੋਲਾ DSP, ਉਹਦੇ ਹੱਕ 'ਚ ਅਤੇ ਮਜੀਠੀਏ ਦੇ ਖਿਲਾਫ, ਉਹਦੀ ਹੱਕ 'ਚ ਨਹੀਂ, ਉਹਦੀ ਕਹੀ ਹੋਈ ਗੱਲ ਦੇ ਉੱਪਰ ਮਜੀਠੀਏ ਦੇ ਖਿਲਾਫ ਮੈਂ ਲੈਕਚਰ ਕੀਤਾ ਸੀ। ਅੱਜ ਵੀ YouTube 'ਤੇ ਮੇਰੇ ਤੋਂ ਨਹੀਂ ਮਾਫੀ ਮੰਗਾ ਸਕਿਆ
ਕੇਜਰੀਵਾਲ ਨੇ ਕਿਉਂ ਮਾਫੀ ਮੰਗੀ? ਉਹਨੂੰ ਕੀ, ਉਹ ਤਾਂ ਚੀਫ ਮਿਨਿਸਟਰ ਸੀਗਾ, ਉਹਨੂੰ ਕੀ, ਜੇ ਉਹ ਸੱਚਾ ਸੀ ਉਹਨੂੰ ਮਾਫੀ ਨਹੀਂ ਸੀ ਮੰਗਣੀ ਚਾਹੀਦੀ, ਪਰ ਉਹਨੇ ਮੰਗੀ ਹੈ। ਇਹੀ ਵਾਅਦੇ ਉਹ ਅੱਜ ਕਰੂਗਾ, ਜਿਹੜੇ ਅੱਜ ਕਹਿ ਕੇ ਜਾਊਗਾ ਉਹ ਅਗਲੀ ਵਾਰ ਜਾ ਕੇ ਕੋਰਟ 'ਚ ਮਾਫੀ ਮੰਗ ਲੂਗਾ। ਸਾਹਿਬ ਨਵਜੋਤ ਸਿੱਧੂ ਨੂੰ ਕਿਸ ਤਰੀਕੇ ਨਾਲ ਦੇਖਦੇ? ਨਵਜੋਤ ਸਿੱਧੂ ਦਾ ਜਿਹੜਾ ਪਿਛਲੇ 5 ਸਾਲ ਦਾ ਸਮਾਂ ਹੈ, ਬਤੌਰ ਇੱਕ ਮਨੁੱਖ ਉਹ 5 ਸਾਲ ਦਾ, ਮੈਂ ਬਾਕੀ ਦੀ ਗੱਲ ਨਹੀਂ ਕਰਦਾ, ਉਹਦੇ ਬੋਲਣ ਦਾ, ਆਪਣੀ ਪਾਰਟੀ 'ਚ ਰਹਿ ਕੇ ਬੋਲਣ ਦੀ ਗੱਲ ਜਿਹੜੀ ਹੈ ਉਹਨੇ ਠੀਕ ਕੀਤੀ ਹੈ। ਪਰ ਗੱਲ ਹੈ ਕਿ ਉਹ ਕਾਂਗਰਸ ਨਾਲ ਜੁੜਿਆ ਹੋਇਆ, ਜਾਂ ਤਾਂ ਉਹ ਕਾਂਗਰਸ ਨੂੰ ਮਨਾ ਲੇ ਆਪਣੀ ਗੱਲ, ਤੇ ਜਾਂ ਫਿਰ ਉਹ ਕਾਂਗਰਸ ਛੱਡ ਦੇਵੇ। ਸੁਖਬੀਰ ਬਾਦਲ ਤੋਂ ਜ਼ਿਆਦਾ ਝੂਠਾ ਅੱਜ ਤੱਕ ਜਿਹੜਾ ਐਨਾਲਿਸਿਸ ਹੋਇਆ ਉਹ ਦੁਨੀਆ 'ਚ ਹੋਇਆ ਨਹੀਂ। ਉਹ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ, ਉਹ ਬੰਦੇ ਨੇ ਨਸ਼ੇ ਵਿੱਚ, ਉਹਦੇ ਸਾਲੇ ਨਸ਼ੇ ਵਿੱਚ ਉਹਨੂੰ ਲੁਕੋ ਕੇ ਰੱਖਿਆ, ਅਰਬਾਂ ਰੁਪਏ ਦੀ ਉਹਨੇ ਪ੍ਰਾਪਰਟੀ ਬਣਾਈ ਹੈ, ਤੇ ਉਹਦੀ ਜਿਹੜੀ ਈਡੀ ਦੀ ਫਾਈਲ ਕਿਉਂ ਨਹੀਂ ਖੁੱਲਦੀ? ਕਿਉਂਕਿ ਉਹ ਹਿੰਦੂ ਤੋਂ ਵੀ ਸਰਕਾਰ ਦੀ ਗੁਲਾਮੀ ਕਰ ਗਿਆ। ਮੈਂ ਹੁਣ ਤੁਹਾਨੂੰ ਚੰਨੀ 2 ਲੀਡਰ ਰਹਿ ਗਏ ਆ, ਚਰਨਜੀਤ ਸਿੰਘ ਚੰਨੀ ਜਿਹੜਾ 101 ਦਿਨ ਦਾ ਜਾਂ ਪਤਾ ਨਹੀਂ 111 ਦਿਨ ਦਾ ਉਹਨੂੰ ਸਮਾਂ ਮਿਲਿਆ ਸੀ, ਉਹਦੇ ਵਿੱਚ ਕੇਵਲ ਬੋਲਿਆ ਹੈ। ਮੈਂ ਤੁਹਾਨੂੰ ਪਹਿਲਾਂ ਕਿਹਾ, ਜਦੋਂ ਕੋਈ ਕਰਨ ਦਾ ਟਾਈਮ ਸੀ, ਇਹ ਕਾਂਗਰਸ ਹਾਈ ਕਮਾਂਡ ਦੀ ਗਲਤੀ ਹੈ, ਇਹ ਸਾਡੀ ਗਲਤੀ ਨਹੀਂ ਹੈ। ਇਹ ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ ਗਲਤੀ ਨਹੀਂ ਕਿ ਉਹਨਾਂ ਨੇ ਚੰਨੀ ਨੂੰ ਪਹਿਲਾਂ ਕਿਉਂ ਨਹੀਂ ਬਣਾਇਆ, ਕਿ ਉਹ ਕਰਕੇ ਦਿਖਾ ਸਕਦਾ, ਨਹੀਂ ਕੀਤਾ। ਹੁਣ ਅੱਗੇ ਵੀ ਕੀ ਕਰੇ, ਕਿਉਂਕਿ ਤਾਂ ਕਾਂਗਰਸ ਦੇ ਥੱਲੇ ਹੈ, ਜੋ ਕਾਂਗਰਸ ਹਾਈ ਕਮਾਂਡ ਕਰੇਗੀ ਉਹ ਕਰ ਲੇਗਾ। ਭਗਵੰਤ ਮਾਨ ਇੱਕ ਸਧਾਰਨ ਜਿਹਾ ਮਨੁੱਖ ਹੈ, ਉਹਨੇ ਸਵੀਕਾਰ ਕਰ ਲਿਆ ਕਿ ਮੈਂ ਕੇਜਰੀਵਾਲ ਦੇ ਭਾਵ ਆਰਐਸਐਸ ਦੇ ਅਧੀਨ ਰਹਿ ਕੇ ਪੰਜਾਬ ਦੇ ਵਿੱਚ, ਜਿਵੇਂ ਬਾਦਲ ਬੀਜੇਪੀ ਦਾ ਹੱਥ ਠੋਕਾ ਬਣ ਕੇ ਕੰਮ ਕਰਦਾ ਰਿਹਾ ਹੈ, ਉਸੇ ਤਰ੍ਹਾਂ ਥਰੂ ਕੇਜਰੀਵਾਲ ਭਗਵੰਤ ਮਾਨ ਨੇ ਵੀ ਸਵੀਕਾਰ ਕਰ ਲਿਆ ਕਿ ਮੈਂ ਆਰਐਸਐਸ ਦੀ ਗੁਲਾਮੀ ਕਰਨ ਲਈ ਤਿਆਰ ਹਾਂ। ਸਰਦਾਰ ਸਿਮਰਨਜੀਤ ਸਿੰਘ ਮਾਨ ਬਾਰੇ ਮੈਂ ਜੇ ਕਹਾਂ ਜਾਂ ਨਾ ਕਹਾਂ, ਮੈਂ ਤਾਂ ਠੀਕ ਕਹਿਣਾ, ਮੈਂ ਤਾਂ ਉਹਨਾਂ ਦੀ ਪਾਰਟੀ ਦਾ ਜਨਰਲ ਸੈਕਟਰੀ ਹਾਂ। ਪਰ ਦੁਨੀਆ ਦਾ ਕੋਈ ਸਾਡਾ ਵਿਰੋਧੀ ਵੀ ਜੇ ਕਹਿ ਦੇਵੇ ਕਿ ਸਿਮਰਨਜੀਤ ਸਿੰਘ ਮਾਨ ਨੇ ਕੋਈ ਧੋਖਾ ਕੀਤਾ ਹੈ, ਕੋਈ ਨਸ਼ਾ ਵੰਡਿਆ, ਹਾਰਿਆ ਜ਼ਰੂਰ ਹੈ ਉਹ ਲੋਕਾਂ ਦੀ ਨਜ਼ਰ 'ਚ, ਪਰ ਨਸ਼ਾ ਵੰਡ ਕੇ ਜਿੱਤਿਆ ਨਹੀਂ, ਪੈਸੇ ਦੇ ਕੇ ਜਿੱਤਿਆ ਨਹੀਂ। ਸਾਨੂੰ ਵੀ ਆਫਰਾਂ ਹੁੰਦੀਆਂ ਨੇ ਵਪਾਰੀਆਂ ਵੱਲੋਂ ਵੀ ਸਾਨੂੰ ਸਾਡਾ ਵਪਾਰ ਚੱਲਣ ਦਿਓ, ਜਿੰਨੀ ਕਹਿੰਦੇ ਹੋ ਸ਼ਰਾਬ ਭੇਜ ਦਿੰਦੇ ਆ, ਤੁਸੀਂ ਪਿਆ ਕੇ ਜਿੱਜੋ, ਪਰ ਸਾਡੇ ਲਾਇਸੈਂਸ ਜਿਹੜੇ ਨੇ ਉਹ ਗਲਤ ਜਿਹੜੇ ਨੇ ਉਹ ਕਰਿਓ, ਉਹ ਅਸੀਂ ਨਹੀਂ ਮੰਨੇ। ਕੈਪਟਨ ਅਮਰਿੰਦਰ ਸਿੰਘ ਤੁਹਾਡੇ ਸ਼ਹਿਰ ਦੇ, ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਾਬਿਆਂ ਦੀ ਅਬਦਾਲੀ ਨਾਲ ਜਿਹੜੀ ਸਾਂਝ ਸੀ ਉਹਨੂੰ ਉਜਾਗਰ ਕੀਤਾ ਕਿ ਅਸੀਂ ਵਕਤ ਪੈਣ ਕੇ ਖੋਤੇ ਨੂੰ ਵੀ ਆਪਣਾ ਪਿਓ ਕਹਿਣ ਲਈ ਤਿਆਰ ਹੋ ਜਾਂਦੇ ਹਾਂ। ਧੰਨਵਾਦ ਬਹੁਤ। ਤਾਂ ਅਸੀਂ ਇਸ ਵਕਤ ਪ੍ਰੋਫੈਸਰ ਮਹਿੰਦਰਪਾਲ ਸਿੰਘ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਤੁਹਾਡੇ ਸਾਹਮਣੇ ਜਿਹੜੀਆਂ ਪੰਜਾਬ ਦੇ ਹੱਕਾਂ ਦੀਆਂ ਗੱਲਾਂ ਨੇ, ਪੰਜਾਬ ਦੀਆਂ ਗੱਲਾਂ ਨੇ, ਉਹ ਰੱਖ ਦਿੱਤੀਆਂ ਨੇ। ਦੇਖਣਾ ਇਹ ਹੋਵੇਗਾ ਕਿ 2022 ਦੇ ਵਿੱਚ ਵਿਧਾਨ ਸਭਾ ਦੀਆਂ ਪੌੜੀਆਂ ਲੋਕ ਚੜਾਉਂਦੇ ਨੇ ਜਾਂ ਫਿਰ ਪਹਿਲਾਂ ਦੇ ਵਾਂਗੂ ਇੱਥੇ ਲੋਕਾਂ ਦੇ ਵਿੱਚ ਖੜ ਕੇ ਲੋਕਾਂ ਦਾ ਦਰਦ ਵੰਡਾਉਣਾ ਪੈਂਦਾ ਇਹਨਾਂ ਪ੍ਰੋਫੈਸਰਾਂ ਨੂੰ। ਤਾਂ KTV ਦਾ ਸ਼ੁਕਰੀਆ, ਮੇਰੇ ਭਰਾ ਦਾ ਸ਼ੁਕਰੀਆ, ਸਾਰੇ ਵੀਰ ਕੈਮਰੇ ਵਾਲੇ ਦਾ ਸ਼ੁਕਰੀਆ, ਜਿਨ੍ਹਾਂ ਨੇ ਇੱਕ ਚਲਦੀ ਮਤਲਬ ਕਿ ਜਗ੍ਹਾ ਦੇ ਉੱਤੇ ਵੀ ਸਾਡੇ ਖਿਆਲ ਜਿਹੜੇ ਦੁਨੀਆ ਨਾਲ ਸਾਂਝੇ ਕਰਵਾਏ ਨੇ। ਬਹੁਤ ਬਹੁਤ ਧੰਨਵਾਦ KTV ਦਾ, ਉਹਦੀ ਸਾਰੀ ਟੀਮ ਦਾ। ਤਾਂ ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ। ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਅਲਜਿੰਦਰ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।